प्यारे बच्चों, जिवें कि तुहानूं पता है कि आपां हॉलीडे होमवर्क 'ਚ ਇਹ ਵੀ ਦੱਸਿਆ ਸੀਗਾ ਕਿ ਤੁਹਾਨੂੰ ਹਰ ਹਫ਼ਤੇ ਇੱਕ ਟੈਸਟ ਆਊਗਾ। ਤਾਂ ਜਿਹੜਾ ਟੈਸਟ ਤੁਹਾਨੂੰ ਸੰਡੇ ਆਉਣ ਵਾਲਾ ਟੈਸਟ, ਉਹਦੇ ਲਈ ਤੁਹਾਨੂੰ ਕੁਛ ਕੁਐਸਚਨਸ ਸ਼ੇਅਰ ਕੀਤੇ ਜਾ ਰਹੇ ਹੈਗੇ। ਤਾਂ ਇਹਨਾਂ ਕੁਐਸਚਨਸ ਨੂੰ ਧਿਆਨ ਨਾਲ ਸਮਝਿਓ। ਤਾਂ ਜਿਹੜਾ ਆਪਣਾ ਪਹਿਲਾ ਟੈਸਟ ਹੈਗਾ, ਉਹਦੇ ਵਾਸਤੇ ਤੁਹਾਨੂੰ ਕੁਐਸਚਨ ਜਿਹੜੇ ਸ਼ੇਅਰ ਕਰ ਰਹੇ ਹੈਗੇ। ਬੇਟਾ ਫਸਟ ਜਿਹੜਾ ਟੈਸਟ ਹੈ ਉਹ ਆਪਣਾ ਹੈਗਾ ਰਸਾਇਣਿਕ ਕਿਰਿਆਵਾਂ ਅਤੇ ਸੈਮੀਕਰਨਾਂ ਦਾ, ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ। ਤਾਂ ਇਹਦੀ ਟੈਸਟ ਦੀ ਪ੍ਰੈਪਰੇਸ਼ਨ ਦੇ ਲਈ ਜਿਹੜੇ ਤੁਹਾਨੂੰ ਕੁਐਸਚਨ ਦਿੱਤੇ ਜਾ ਰਹੇ ਹੈ। ਤਾਂ ਪਹਿਲਾ ਕੁਐਸਚਨ ਕੀ ਹੈਗਾ? ਹਾਂਜੀ ਬੱਚੋ, ਤਾਂ ਇਸ ਟੈਸਟ ਸੀਰੀਜ਼ ਦੇ ਪਹਿਲਾ ਕੁਐਸਚਨ ਜਿਹੜਾ ਆਪਣਾ ਹੈਗਾ ਰਿਵੀਜ਼ਨ ਦੇ ਵਿੱਚ ਤੁਹਾਡੇ ਕੋਲ ਸੰਤੁਲਿਤ ਰਸਾਇਣਿਕ ਸੈਮੀਕਰਨ ਤੋਂ ਕੀ ਭਾਵ ਹੈ? ਵਟ ਡੂ ਯੂ ਮੀਨ ਬਾय ਅ ਬੈਲੈਂਸਡ ਕੈਮੀਕਲ ਇਕੁਏਸ਼ਨ? ਠੀਕ ਹੈ ਬੇਟਾ, ਰਸਾਇਣਿਕ ਸੰਤੁਲਿਤ ਰਸਾਇਣਿਕ ਸੈਮੀਕਰਨ ਜਾਂ ਫਿਰ ਬੈਲੈਂਸਡ ਕੈਮੀਕਲ ਇਕੁਏਸ਼ਨ ਕੀ ਹੁੰਦੀ ਹੈ? ਤਾਂ ਉਹ ਰਸਾਇਣਿਕ ਕਿਰਿਆ ਜਿਸ ਦੇ ਵਿੱਚ ਕਹਿੰਦਾ ਕੀ ਹੈ, ਕਿਰਿਆ ਵਾਪਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ, ਜਦੋਂ ਕਿਰਿਆ ਵਾਪਰੀ ਨਹੀਂ ਹਜੇ, ਅਭਿਕਾਰਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਭਿਕਾਰਕ ਤੇ ਉਤਪਾਦਕ ਦੇ ਵਿੱਚ ਜਿਹੜੇ ਹੁੰਦੇ ਨੇ, ਹਰ ਇੱਕ ਤੱਤ ਦੇ ਪਰਮਾਣੂਆਂ ਦੀ ਸੰਖਿਆ ਕੀ ਹੈ? ਸਮਾਨ ਰਹਿੰਦੀ ਹੈਗੀ। ਠੀਕ ਹੈ, ਤਾਂ ਬੇਟਾ ਜਿੰਨੇ ਅਭਿਕਾਰਕ ਦੇ ਵਿੱਚ ਤੁਸੀਂ ਕਹਿ ਸਕਦੇ ਹੋਗੇ ਤੁਹਾਡੇ ਕੋਲ ਅਭਿਕਾਰਕ ਦੇ ਵਿੱਚ ਕਿਸੇ ਵੀ ਪਰਮਾਣੂ ਦੇ ਤੱਤ ਸੀ, ਉਨੇ ਹੀ ਜਿਹੜੇ ਤੱਤ ਹੈਗੇ ਉਹ ਤੁਹਾਨੂੰ ਜਿਹੜੇ ਹੈਗੇ ਆ ਉਤਪਾਦਕ ਦੇ ਵਿੱਚ ਦੇਖਣ ਨੂੰ ਮਿਲਦੇ ਹੈ। ਤਾਂ ਉਹ ਵਾਲੀ ਜਿਹੜੀ ਰਸਾਇਣਿਕ ਸੈਮੀਕਰਨ ਹੈਗੀ, ਅਸੀਂ ਉਹਨੂੰ ਸੰਤੁਲਿਤ ਰਸਾਇਣਿਕ ਸੈਮੀਕਰਨ ਕਹਿੰਦੇ ਆ। ਇੰਗਲਿਸ਼ ਦੇ ਵਿੱਚ ਕੀ ਕਵਾਂਗੇ? ਅ ਬੈਲੈਂਸਡ ਕੈਮੀਕਲ ਇਕੁਏਸ਼ਨ ਇਜ਼ ਦਾ ਵਨ in which the number of different atoms on both the reactant and product side are equal। ਠੀਕ ਹੈ, ਜਿਹੜੇ ਅਲੱਗ-ਅਲੱਗ ਐਟਮਸ ਨੇ ਤੁਹਾਡੇ ਕੋਲ ਕਿਸੇ ਵੀ ਕੈਮੀਕਲ ਇਕੁਏਸ਼ਨ ਦੇ ਵਿੱਚ, ਉਹ ਰਿਐਕਟੈਂਟ ਤੇ ਪ੍ਰੋਡਕਟ ਦੇ ਵਿੱਚ ਜਿਹੜਾ ਉਹਨਾਂ ਦਾ ਨੰਬਰ ਹੈ ਉਹ ਕੀ ਰਹਿੰਦਾ ਹੈ? ਸੇਮ ਰਹਿੰਦਾ ਹੈਗਾ। ਠੀਕ ਹੈ ਬੇਟਾ, ਸੈਕਿੰਡ ਕੁਐਸਚਨ ਕੀ ਹੈ? ਜੰਗ ਜਾਂ ਫਿਰ ਰਸਟ ਕੀ ਹੁੰਦੀ ਹੈਗੀ? ਠੀਕ ਹੈ, ਰਸਟ ਜਾਂ ਜੰਗ ਕੀ ਹੁੰਦੀ ਹੈਗੀ? ਤੁਹਾਡੀ ਜਿਹੜਾ ਆਇਰਨ ਹੈ, ਬੇਸਿਕਲੀ ਜਦੋਂ ਆਇਰਨ ਦੀ ਕਰੋਜਨ ਹੁੰਦੀ ਹੈ, ਆਇਰਨ ਦਾ ਖੋਰਨ ਹੁੰਦਾ ਹੈ, ਉਹ ਆਇਰਨ ਮਤਲਬ ਲੋਹੇ ਦਾ, ਉਹਨੂੰ ਅਸੀਂ ਕੀ ਕਹਿੰਦੇ ਆ? ਰਸਟ ਜਾਂ ਫਿਰ ਜੰਗ ਕਹਿੰਦੇ ਹੈਗੇ। ਠੀਕ ਹੈ, ਤਾਂ ਲੋਹਾ ਕੀ ਕਰਦਾ ਹੈ? ਮੋਇਸਚਰ ਯਾਨੀ ਕਿ ਤੁਹਾਡਾ ਵਾਟਰ ਵੇਪਰਸ ਹੋ ਗਏ, ਠੀਕ ਹੈ, ਵਾਟਰ ਵੇਪਰਸ ਤੇ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਕੀ ਕਰਦਾ ਹੈਗਾ? ਇੱਕ ਬਰਾਊਨ ਜੇ ਕਲਰ ਦੀ ਲੇਅਰ ਬਣ ਜਾਂਦੀ ਹੈਗੀ, ਜਿਹਨੂੰ ਅਸੀਂ ਕੀ ਕਹਿੰਦੇ ਆ? ਰਸਟ। ਠੀਕ ਹੈ, ਲੋਹੇ ਦੇ ਉੱਪਰ ਲੋਹਾ ਬੇਸਿਕਲੀ ਤੁਹਾਡੀ ਹਵਾ ਦੇ ਵਿੱਚ ਹੀ, ਆਕਸੀਜਨ ਵੀ ਪ੍ਰੈਜ਼ੈਂਟ ਹੈ, ਵਾਟਰ ਵੇਪਰਸ ਵੀ ਪ੍ਰੈਜ਼ੈਂਟ ਹੈ। ਤਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਜਿਹੜਾ ਲੋਹਾ ਹੈ ਉਹ ਹਵਾ ਦੇ ਨਾਲ ਘਿਰਿਆ ਕਰਕੇ ਜਿਹੜਾ ਹੈਗਾ ਉਹ ਕੀ ਬਣਾ ਲੈਂਦਾ? ਇੱਕ ਲੇਅਰ ਉੱਪਰ ਬਰਾਊਨ ਜੇ ਕਲਰ ਦੀ, ਭੂਰੇ ਜੇ ਰੰਗ ਦੀ ਇੱਕ ਪਰਤ ਬਣਾ ਲੈਂਦਾ, ਜਿਹਨੂੰ ਆਪਾਂ ਕੀ ਕਹਿੰਦੇ ਆ? ਜੰਗ ਕਹਿੰਦੇ ਆਗੇ। ਠੀਕ ਹੈ, ਆਇਰਨ ਦੇ ਵਿੱਚ ਕੀ ਹੁੰਦੀ ਹੈ? ਰਸਟਿੰਗ ਹੁੰਦੀ ਹੈਗੀ। ਆਇਰਨ ਇਨ ਦਾ ਪ੍ਰੈਜ਼ੈਂਸ ਆਫ ਮੋਇਸਚਰ ਕੰਬਾਈਨਸ ਵਿਦ ਆਕਸੀਜਨ from the air to form a brown colored chemical substance called rust। ਠੀਕ ਹੈ ਬੇਟਾ, ਹੋਪ ਕਿ ਤੁਹਾਨੂੰ ਇਹ ਦੋਨੋਂ ਕੁਐਸਚਨ ਸਮਝ ਆ ਗਏ। ਹੁਣ ਆਪਾਂ ਥਰਡ ਕੁਐਸਚਨ ਦੀ ਗੱਲ ਕਰਦੇ ਆਂਗੇ। ਹਾਂਜੀ ਬੇਟਾ, ਆਪਣਾ ਥਰਡ ਕੁਐਸਚਨ ਕੀ ਹੈ? ਦੋ ਲੂਣਾ ਦੇ ਨਾਮ ਲਿਖੋ ਜੋ ਕਾਲੀ ਚਿੱਟੀ ਫੋਟੋਗ੍ਰਾਫੀ ਵਿੱਚ ਵਰਤੇ ਜਾਂਦੇ ਨੇ। ਨੇਮ ਟੂ ਸਾਲਟਸ ਯੂਜ਼ਡ ਇਨ ਬਲੈਕ ਐਂਡ ਵਾਈਟ ਫੋਟੋਗ੍ਰਾਫੀ। ਠੀਕ ਹੈ, ਬਲੈਕ ਐਂਡ ਵਾਈਟ ਜਿਹੜੀ ਫੋਟੋਗ੍ਰਾਫੀ ਦੇ ਵਿੱਚ ਸਾਲਟਸ ਯੂਜ਼ ਹੁੰਦੇ ਨੇ, ਸਿਲਵਰ ਕਲੋਰਾਈਡ ਤੇ ਸਿਲਵਰ ਬ੍ਰੋਮਾਈਡ ਜਿਹੜੇ ਹੈਗੇ ਨੇ, ਦੋ ਹੀ ਜਿਹੇ ਸਾਲਟ ਨੇ ਜਿਹੜੀ ਬਲੈਕ ਐਂਡ ਵਾਈਟ ਕਾਲੀ ਚਿੱਟੀ ਫੋਟੋਗ੍ਰਾਫੀ ਦੇ ਵਿੱਚ ਯੂਜ਼ ਹੁੰਦੇ ਨੇ, AgCl ਤੇ AgBr। ਠੀਕ ਹੈ ਬੇਟਾ, ਤੇ ਨੈਕਸਟ ਆਪਣਾ ਜਿਹੜਾ ਫੋਰਥ ਕੁਐਸਚਨ ਹੈਗਾ, ਫੋਰਥ ਕੁਐਸਚਨ ਕੀ ਹੈ? ਜਦੋਂ ਕਾਰਬਨ ਡਾਈਆਕਸਾਈਡ ਹੈਗੀ ਹੈ, ਜਦੋਂ ਕਾਰਬਨ ਡਾਈਆਕਸਾਈਡ ਚੂਨੇ ਦੇ ਪਾਣੀ ਵਿੱਚੋਂ ਲੰਘਾਈ ਜਾਂਦੀ ਹੈ ਤਾਂ ਉਹ ਦੁਧੀਆ ਕਿਉਂ ਹੋ ਜਾਂਦਾ ਹੈ? ਵਾਈ ਲਾਈਮ ਵਾਟਰ ਟਰਨਸ ਮਿਲਕੀ ਵੈਨ ਕਾਰਬਨ ਡਾਈਆਕਸਾਈਡ ਇਜ਼ ਪਾਸ ਥਰੂ ਇਟ। ਜਦੋਂ ਆਪਾਂ ਕਾਰਬਨ ਡਾਈਆਕਸਾਈਡ ਜਿਹੜੀ ਹੈਗੀ ਕਾਰਬਨ ਡਾਈਆਕਸਾਈਡ ਨੂੰ ਚੂਨੇ ਦੇ ਪਾਣੀ ਚੋਂ ਲੰਘਾਉਂਦੇ ਆ ਤਾਂ ਉਹ ਦੁਧੀਆ ਹੋ ਜਾਂਦਾ ਹੈ। ਕਿਉਂ ਹੋ ਜਾਂਦਾ ਹੈ? ਅਸਲ ਦੇ ਵਿੱਚ ਜਿਹੜਾ ਤੁਹਾਡਾ ਲਾਈਮ ਵਾਟਰ ਹੈ ਉਹ ਕੀ ਹੁੰਦਾ? ਕੈਲਸ਼ੀਅਮ ਹਾਈਡਰੋਕਸਾਈਡ, CaOH ਟਵਾਈਸ। ਠੀਕ ਹੈ, ਜਿਹੜਾ ਕੈਲਸ਼ੀਅਮ ਹਾਈਡਰੋਕਸਾਈਡ ਹੈ ਇਹ ਕਾਰਬਨ ਡਾਈਆਕਸਾਈਡ ਨਾਲ ਜੁੜ ਜਾਂਦਾ ਹੈਗਾ। ਠੀਕ ਹੈ, ਜਦੋਂ ਇਹ ਕਾਰਬਨ ਡਾਈਆਕਸਾਈਡ ਨਾਲ ਜੁੜ ਜਾਂਦਾ ਹੈ ਤੁਹਾਡੇ ਕੋਲ ਇੱਕ ਕੰਪਾਊਂਡ ਬਣਦਾ ਜਿਹਦਾ ਨਾਮ ਹੈਗਾ ਕੈਲਸ਼ੀਅਮ ਕਾਰਬੋਨੇਟ। ਤੇ ਜਿਹੜਾ ਇਹ ਕੈਲਸ਼ੀਅਮ ਕਾਰਬੋਨੇਟ ਦੇ ਬਣਨ ਕਰਕੇ ਤੁਹਾਡਾ ਜਿਹੜਾ ਚੂਨੇ ਦਾ ਪਾਣੀ ਹੈ ਉਹ ਦੁਧੀਆ ਹੋ ਜਾਂਦਾ ਹੈ। ਠੀਕ ਹੈ, ਲਾਈਮ ਵਾਟਰ ਕੀ ਕਰਦਾ ਹੈ? ਕਾਰਬਨ ਡਾਈਆਕਸਾਈਡ ਨਾਲ ਕੰਬਾਈਨ ਕਰਕੇ ਕੀ ਬਣਾ ਲੈਂਦਾ? ਕੈਲਸ਼ੀਅਮ ਕਾਰਬੋਨੇਟ। ਇਸ ਕੈਲਸ਼ੀਅਮ ਕਾਰਬੋਨੇਟ ਦੇ ਕਰਕੇ ਤੁਹਾਡਾ ਚੂਨੇ ਦਾ ਪਾਣੀ ਜਿਹੜਾ ਹੈਗਾ ਦੁਧੀਆ ਹੋ ਜਾਂਦਾ ਹੈਗਾ। ਠੀਕ ਹੈ ਬੇਟਾ, ਫਿਰ ਆਪਣਾ ਫਿਫਥ ਕੁਐਸਚਨ ਕੀ ਹੈ? ਹੇਠ ਲਿਖਿਆਂ ਵਿੱਚੋਂ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਕਿਰਿਆਸ਼ੀਲ ਧਾਤ ਦੱਸੋ। ਆਈਡੈਂਟੀਫਾਈ ਦਾ ਮੋਸਟ ਰਿਐਕਟਿਵ ਐਂਡ ਲੀਸਟ ਰਿਐਕਟਿਵ ਮੈਟਰ। ਠੀਕ ਹੈ, ਫਰੋਮ ਦਾ ਫੋਲੋਇੰਗ। ਤੁਹਾਡੇ ਕੋਲ ਕੈਲਸ਼ੀਅਮ ਹੈ, ਪੋਟਾਸ਼ੀਅਮ ਹੈ, ਆਇਰਨ ਹੈ, ਗੋਲਡ ਹੈ ਤੇ ਜ਼ਿੰਕ ਹੈ। ਠੀਕ ਹੈ, ਤਾਂ ਤੁਸੀਂ ਰਿਐਕਟਿਵਿਟੀ ਸੀਰੀਜ਼ ਸਾਰਿਆਂ ਨੇ ਸੁਣੀ ਹੋਈ ਵੀ ਹੈ ਔਰ ਪੜ੍ਹੀ ਵੀ ਹੋਈ ਹੈ ਕਲਾਸ ਦੇ ਵਿੱਚ। ਤਾਂ ਤੁਸੀਂ ਰਿਐਕਟਿਵਿਟੀ ਸੀਰੀਜ਼ ਨੂੰ ਦੇਖ ਕੇ ਦੱਸ ਸਕਦੇ ਹੋ ਕਿ ਪੋਟਾਸ਼ੀਅਮ ਜਿਹੜਾ ਤੁਹਾਡੇ ਕੋਲ ਹੈਗਾ ਮੋਸਟ ਰਿਐਕਟਿਵ, ਸਭ ਤੋਂ ਵੱਧ ਕਿਰਿਆਸ਼ੀਲ ਹੈ। ਠੀਕ ਹੈ, ਤੇ ਉਸ ਤੋਂ ਬਾਅਦ ਤੁਹਾਡੇ ਕੋਲ ਆਉਂਦਾ ਕੈਲਸ਼ੀਅਮ ਦੂਸਰੇ ਨੰਬਰ ਤੇ,
ਤੀਸਰੇ ਨੰਬਰ ਤੇ ਜਿਹੜਾ ਹੈਗਾ ਜ਼ਿੰਕ, ਚੌਥੇ ਨੰਬਰ ਤੇ ਆਇਰਨ ਤੇ ਪੰਜਵੇਂ ਨੰਬਰ ਤੇ ਗੋਲਡ। ਠੀਕ ਹੈ, ਤਾਂ ਜੇ ਤੁਸੀਂ ਕੀ ਹੈ ਆਪਾਂ ਸਭ ਤੋਂ ਵੱਧ ਕਿਰਿਆਸ਼ੀਲ ਜਿਹੜੀ ਹੈਗੀ ਹੈ ਪਹਿਲਾਂ ਲਿਖਾਂਗੇ ਤਾਂ ਪੋਟਾਸ਼ੀਅਮ ਕੇ ਜਾਨੀ ਕਿ ਜਿਹਦਾ ਆਪਣੇ ਕੋਲ ਸੰਕੇਤ ਸਿੰਬਲ ਹੈਗਾ, ਫਿਰ ਕੈਲਸ਼ੀਅਮ Ca ਜਿਹਦਾ ਸੰਕੇਤ ਹੈਗਾ, ਫਿਰ ਜ਼ਿੰਕ ਜਿਹਦਾ ਸੰਕੇਤ Zn ਹੈ, ਸਿੰਬਲ Zn ਹੈ, ਫਿਰ ਆਇਰਨ Fe ਤੇ ਫਿਰ Au ਜਾਨੀ ਕਿ ਗੋਲਡ। ਠੀਕ ਹੈ ਬੇਟਾ। 6th ਕੁਐਸਚਨ ਹੈਗਾ ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆਵਾਂ ਤੋਂ ਕੀ ਭਾਵ ਹੈ, ਕਿਰਿਆ ਤੋਂ ਕੀ ਭਾਵ ਹੈ। ਵਟ ਇਜ਼ ਮੈਂਟ ਬਾय ਐਗਜ਼ੋਥਰਮਿਕ ਐਂਡ ਐਂਡੋਥਰਮਿਕ ਰਿਐਕਸ਼ਨ। ਤੁਹਾਨੂੰ ਪਤਾ ਹੈ ਕਿ ਤਾਪ ਨਿਕਾਸੀ ਕੀ ਹੈਗੀ। ਤਾਪ ਨਿਕਾਸੀ ਜਿਵੇਂ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ, ਉਹ ਵਾਲੀ ਰਸਾਇਣਿਕ ਕਿਰਿਆ ਜਿਹਦੇ ਵਿੱਚ ਤੁਹਾਡੀ ਊਰਜਾ ਜਾਂ ਫਿਰ ਤਾਪ ਉਪਜ ਹੁੰਦਾ ਹੈਗਾ। ਠੀਕ ਹੈ, ਕੋਈ ਹੋਰ ਚੀਜ਼ ਤਾਂ ਉਪਜ ਹੋਈ ਹੋਈ ਹੈ, ਉਤਪਾਦ ਤਾਂ ਬਣਿਆ ਹੀ ਹੈ, ਉਸ ਉਤਪਾਦ ਦੇ ਨਾਲ ਨਾਲ ਜਦੋਂ ਤਾਪ ਜਾਂ ਫਿਰ ਊਰਜਾ ਪੈਦਾ ਹੁੰਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਆ, ਤਾਪ ਨਿਕਾਸੀ ਕਿਰਿਆ। ਤੇ ਤਾਪ ਸੋਖੀ ਕਿਰਿਆ ਜਿਹੜੀ ਕੀ ਹੁੰਦੀ ਹੈ, ਉਹ ਰਸਾਇਣਿਕ ਕਿਰਿਆ ਜਿਸ ਦੇ ਵਿੱਚ ਕਹਿੰਦਾ ਕੀ ਹੈ ਤਾਪ ਜਾਂ ਫਿਰ ਕਿਸੇ ਵੀ ਰੂਪ ਦੇ ਵਿੱਚ ਊਰਜਾ ਸੋਖੀ ਜਾਂਦੀ ਹੈਗੀ। ਠੀਕ ਹੈ, ਤਾਂ ਉਸ ਕਿਰਿਆ ਨੂੰ ਅਸੀਂ ਤਾਪ ਸੌਖੀ ਕਿਰਿਆ ਕਹਿੰਦੇ ਆ। ਇੰਗਲਿਸ਼ ਦੇ ਵਿੱਚ ਆਪਾਂ ਐਗਜ਼ੋਥਰਮਿਕ ਤੇ ਐਂਡੋਥਰਮਿਕ ਰਿਐਕਸ਼ਨਸ ਆਪਾਂ ਕਹਿੰਦੇ ਆਗੇ। ਬੇਟਾ ਐਗਜ਼ੋਥਰਮਿਕ ਜਾਂ ਫਿਰ ਐਂਡੋਥਰਮਿਕ ਰਿਐਕਸ਼ਨਸ ਕੀ ਹੁੰਦੀਆਂ ਨੇਗੀਆਂ। ਠੀਕ ਹੈ, ਜਿਵੇਂ ਇਹਨਾਂ ਦੇ ਨਾਮ ਤੋਂ ਹੀ ਤੁਹਾਨੂੰ ਪਤਾ ਚੱਲ ਰਿਹਾ ਹੈਗਾ, ਜਿਹੜੀ ਐਂਡੋਥਰਮਿਕ ਰਿਐਕਸ਼ਨ ਹੈਗੀ ਉਹ ਹੁੰਦੀ ਹੈ ਜਦੋਂ ਤੁਹਾਡੀ એનર્ਜੀ ਸੋਖੀ ਜਾਂਦੀ ਹੈ, ਅਬਜ਼ੌਰਬ ਕੀਤੀ ਜਾਂਦੀ ਹੈਗੀ। ਐਂਡੋਥਰਮਿਕ ਰਿਐਕਸ਼ਨਸ ਆਰ ਦੋਜ਼ ਰਿਐਕਸ਼ਨਸ ਇਨ ਵਿਚ ਦਾ એનર્ਜੀ ਇਜ਼ ਅਬਜ਼ੌਰਬਡ ਫਰੋਮ ਦਾ ਸਰਾਊਂਡਿੰਗ ਇਨ ਦਾ ਫਾਰਮ ਆਫ ਹੀਟ। ਜਾਂ ਤੁਹਾਡੇ ਕੋਲ ਕੀ ਹੈਗਾ, ਆਪਾਂ ਨੇ ਪਿੱਛੇ ਜੇ ਪੜ੍ਹਿਆ ਸੀਗਾ ਕਿ ਆਪਾਂ ਫੋਟੋ ਜਿਹੜੀ ਤੁਹਾਡੇ ਕੋਲ ਫੋਟੋਲਾਈਸਿਸ ਵਗੈਰਾ ਪੜ੍ਹੀਆਂ ਸੀਗੀਆਂ ਵੀ ਤਾਪ ਦੇ ਰੂਪ ਦੇ ਵਿੱਚ, ਇਲੈਕਟ੍ਰਿਸਿਟੀ ਦੇ ਰੂਪ ਦੇ ਵਿੱਚ ਜਾਂ ਸੂਰਜੀ ਪ੍ਰਕਾਸ਼ ਦੇ ਰੂਪ ਦੇ ਵਿੱਚ ਅਗਰ ਊਰਜਾ ਸੋਖੀ ਜਾਂਦੀ ਹੈ ਤਾਂ ਉਹਨੂੰ ਅਸੀਂ ਐਂਡੋਥਰਮਿਕ ਰਿਐਕਸ਼ਨਸ ਕਹਿੰਦੇ ਸੀਗੇ। In endothermic reaction occurs when the energy is absorbed from the surrounding in the form of heat, or you can say that in the form of light or electricity। ठीक है, किसी भी रूप ਦੇ ਵਿੱਚ એનર્ਜੀ ਸੋਖੀ ਜਾਂਦੀ ਹੈ। ਤੇ ਇਸ ਦੇ ਉਲਟ ਤੁਹਾਡੀ ਐਗਜ਼ੋਥਰਮਿਕ ਰਿਐਕਸ਼ਨਸ ਉਹ ਹੁੰਦੀਆਂ ਨੇ ਜਿਹਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ એનર્ਜੀ ਜਿਹੜੀ ਹੈਗੀ ਉਹ ਰਿਲੀਜ਼ ਹੁੰਦੀ ਹੈ। ਠੀਕ ਹੈ, ਐਨ ਐਗਜ਼ੋਥਰਮਿਕ ਰਿਐਕਸ਼ਨ ਇਜ਼ ਵਨ ਇਨ ਵਿਚ ਦਾ એનર્ਜੀ ਇਜ਼ ਰਿਲੀਜ਼ਡ ਫਰੋਮ ਦਾ ਸਿਸਟਮ ਇਨਟੂ ਦਾ ਸਰਾਊਂਡਿੰਗ। ਠੀਕ ਹੈ, ਤਾਂ ਬੇਟਾ ਨੈਕਸਟ ਜਿਹੜਾ ਆਪਣੇ ਕੋਲ ਜਿਹੜਾ ਕੁਐਸਚਨ ਹੈ ਤੁਹਾਡਾ 7th ਕੁਐਸਚਨ ਦੀ ਗੱਲ ਕਰਦੇ ਆ। ਤੁਹਾਡੇ ਕੋਲ 7th ਕੁਐਸਚਨ, ਦੁਰਗੰਧਤਾ ਕੀ ਹੁੰਦੀ ਹੈ, ਵਾਟ ਇਜ਼ ਰੈਂਸਿਡਿਟੀ। ਠੀਕ ਹੈ ਬੇਟਾ, ਰੈਂਸਿਡਿਟੀ ਜਾਂ ਦੁਰਗੰਧਤਾ ਕੀ ਹੁੰਦੀ ਹੈ, ਜਦੋਂ ਚਰਬੀ ਜਾਂ ਫਿਰ ਤੇਲ ਰੱਖਣ ਵਾਲੇ ਜਿਹੜੇ ਭੋਜਨ ਪਦਾਰਥ ਹੈ ਉਹ ਵਾਯੂਮੰਡਲ ਦੇ ਵਿੱਚ ਜਿਹੜੀ ਆਕਸੀਜਨ ਹੈ ਉਹਦੇ ਨਾਲ ਕਿਰਿਆ ਕਰਕੇ ਉਹਦਾ ਕੀ ਹੋ ਜਾਂਦਾ ਹੈ, ਉਹਨਾਂ ਭੋਜਨ ਪਦਾਰਥਾਂ ਦਾ ਆਕਸੀਕਰਨ ਹੋ ਜਾਂਦਾ ਹੈ। ਆਕਸੀਕਰਨ ਹੋਣ ਦੇ ਨਾਲ ਕਹਿੰਦਾ ਉਹਨਾਂ ਦੇ ਵਿੱਚ ਇੱਕ ਦੁਰਗੰਧ ਪੈਦਾ ਹੋ ਜਾਂਦੀ ਹੈ ਜਿਹਦੇ ਨਾਲ ਉਹਨਾਂ ਦਾ ਗੰਧ ਤੇ ਸਵਾਦ ਬਦਲ ਜਾਂਦੇ ਨੇ, ਤੇ ਇਸ ਨੂੰ ਆਪਾਂ ਕੀ ਕਹਿੰਦੇ ਆਗੇ, ਦੁਰਗੰਧਤਾ ਕਹਿੰਦੇ ਆ। ਤਾਂ ਰੈਂਸਿਡਿਟੀ ਕੀ ਹੈਗੀ, ਉਹ ਕੰਡੀਸ਼ਨ ਹੈਗੀ, ਕੰਡੀਸ਼ਨ ਪ੍ਰੋਡਿਊਸਡ ਬਾਈ ਏਰੀਅਲ ਆਕਸੀਡੇਸ਼ਨ। ਹਵਾ ਦੇ ਵਿੱਚ ਜਿਹੜੀ ਆਕਸੀਜਨ ਹੈ ਉਹਦੇ ਨਾਲ ਕਹਿੰਦਾ ਤੁਹਾਡੇ ਜਿਹੜੇ ਆਇਲ ਤੇ ਫੈਟ ਹੈ ਉਹਨਾਂ ਦਾ ਕੀ ਹੋ ਜਾਂਦਾ ਹੈ, ਆਕਸੀਡੇਸ਼ਨ ਹੋ ਜਾਂਦੀ ਹੈਗੀ। ਠੀਕ ਹੈ, the condition produced by aerial oxidation of oil and fat present in the food material that produces an unpleasant taste and smell। ठीक है, that process is known as rancidity। ठीक है बेटा, ਤਾਂ ਨੈਕਸਟ ਜਿਹੜਾ ਤੁਹਾਡੇ ਕੋਲ 8th ਕੁਐਸਚਨ ਹੈ ਉਹ ਕੀ ਹੈਗਾ, ਜਿਹੜੀਆਂ ਲੋਹੇ ਦੀਆਂ ਵਸਤੂਆਂ ਨੇ ਉਹਨਾਂ ਨੂੰ ਅਸੀਂ ਪੇਂਟ ਕਿਉਂ ਕਰਦੇ ਆ। ਲੋਹੇ ਦੀਆਂ ਵਸਤੂਆਂ ਨੂੰ ਆਪਾਂ ਪੇਂਟ ਕਿਉਂ ਕਰਦੇ ਆਂਗੇ, why do we apply paint on iron objects। ਠੀਕ ਹੈ, ਤਾਂ ਤੁਹਾਡੇ ਕੋਲ ਜਿਹੜੀਆਂ ਲੋਹੇ ਦੀਆਂ ਵਸਤੂਆਂ ਨੇ, ਤੁਹਾਨੂੰ ਪਹਿਲਾਂ ਹੀ ਆਪਾਂ ਗੱਲ ਕਰਕੇ ਚੁੱਕਿਆ ਜ਼ੰਗ ਦੀ, ਹੈ ਨਾ। ਤਾਂ ਲੋਹੇ ਦੀਆਂ ਵਸਤੂਆਂ ਨੂੰ ਕੀ ਹੈਗਾ, ਜਦੋਂ ਉਹ ਐਟਮੋਸਫੇਅਰ ਦੇ ਵਿੱਚ ਜਿਹੜੀ ਹਵਾ ਪ੍ਰੈਜ਼ੈਂਟ ਹੈ ਉਹਦੇ ਵਿੱਚ ਆਕਸੀਜਨ ਤੇ ਵਾਟਰ ਵੇਪਰ ਪ੍ਰੈਜ਼ੈਂਟ ਨੇ, ਉਹਦੇ ਸੰਪਰਕ ਦੇ ਵਿੱਚ ਆਉਂਦਾ ਹੈ ਤਾਂ ਲੋਹੇ ਨੂੰ ਕੀ ਹੈ, ਜੰਗ ਲੱਗ ਜਾਂਦੀ ਹੈ। ਤਾਂ ਉਹਨਾਂ ਨੂੰ ਜੰਗ ਲੱਗਣ ਤੋਂ ਬਚਾਉਣ ਦੇ ਲਈ ਜਦੋਂ ਤੁਸੀਂ ਪੇਂਟ ਕਰ ਦਿੰਦੇ ਹੋ ਤਾਂ ਲੋਹੇ ਦਾ ਸਿੱਧਾ ਸੰਪਰਕ ਹਵਾ ਦੇ ਨਾਲੋਂ ਟੁੱਟ ਜਾਂਦਾ ਹੈ, ਜਿਹਦੇ ਕਰਕੇ ਕਹਿੰਦਾ ਉਹਨੂੰ ਆਪਾਂ ਜੰਗ ਲੱਗਣ ਤੋਂ ਬਚਾ ਸਕਦੇ ਹਾਂਗੇ। ਠੀਕ ਹੈ, ਆਇਰਨ ਆਰਟੀਕਲਸ ਆਰ ਪੇਂਟਡ ਟੂ ਪ੍ਰੀਵੈਂਟ ਫਰੋਮ ਰਸਟਿੰਗ। ਠੀਕ ਹੈ, ਜੰਗ ਲੱਗਣ ਤੋਂ ਬਚਾਉਣ ਲਈ ਆਪਾਂ ਆਇਰਨ ਆਬਜੈਕਟਸ ਨੂੰ ਪੇਂਟ ਕਰਦੇ ਹਾਂ। ਜਦੋਂ ਕਹਿੰਦਾ ਤੁਸੀਂ ਉਹਨੂੰ ਅਨਪੇਂਟਡ ਛੱਡ ਦਿੰਦੇ ਹੋ, ਬਿਨਾਂ ਪੇਂਟ ਕੀਤੇ ਛੱਡ ਦਿੰਦੇ ਹੋ, ਤਾਂ ਉਹਦਾ ਸੰਪਰਕ ਬਣ ਜਾਂਦਾ ਐਟਮੋਸਫੇਅਰਿਕ ਜਿਹੜੀ ਤੁਹਾਡੀ ਹਵਾ ਦੇ ਵਿੱਚ ਮੌਜੂਦ ਆਕਸੀਜਨ ਹੈ ਤੇ ਪਾਣੀ ਹੈ, ਤਾਂ ਉਹਨੂੰ ਉਹ ਜੰਗ ਲੱਗ ਜਾਂਦੀ ਹੈਗੀ। ਠੀਕ ਹੈ, when left unpainted the metal surface comes in contact with atmospheric oxygen and in the presence of moisture it gets rusted। ਤਾਂ ਉਹ ਕੀ ਹੈਗਾ, ਉਹਨੂੰ ਰਸਟ ਲੱਗ ਜਾਂਦੀ ਹੈਗੀ ਤੇ ਉਹ ਆਇਰਨ ਦਾ ਆਕਸਾਈਡ ਬਣਾ ਲੈਂਦਾ, ਇਸ ਕਰਕੇ ਆਪਾਂ ਉਹਨੂੰ ਪੇਂਟ ਕਰਨਾ ਜ਼ਰੂਰੀ ਹੈਗਾ। ਤੇਲ ਅਤੇ ਫੈਟ ਰੱਖਣ ਵਾਲੀਆਂ ਭੋਜਨ ਪਦਾਰਥਾਂ ਨੂੰ ਨਾਈਟ੍ਰੋਜਨ ਨਾਲ ਪ੍ਰਭਾਵਿਤ ਕਿਉਂ ਕੀਤਾ ਜਾਂਦਾ ਹੈ। Oil and fat containing food items are flushed with nitrogen। Why? ठीक है बेटा, अब ऊपर दुर्गंधता की भी गल करके आए हैं, है ना।
ਵੀ ਤੁਹਾਡੇ ਕੋਲ ਜਿਹੜੇ ਹੈਗੇ ਨੇ ਤੇਲ ਅਤੇ ਫੈਟ ਰੱਖਣ ਵਾਲੇ ਭੋਜਨ ਪਦਾਰਥ ਨੇ, ਜਦੋਂ ਉਹ ਆਕਸੀਜਨ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਦਾ ਸਵਾਦ, ਉਹਨਾਂ ਦਾ ਆਕਸੀਕਰਨ ਹੋ ਜਾਂਦਾ ਹੈ। ਆਕਸੀਕਰਨ ਹੋਣ ਨਾਲ ਉਹਨਾਂ ਦੀ ਗੰਧ ਤੇ ਸਵਾਦ ਬਦਲ ਜਾਂਦਾ ਹੈ, ਜਿਹਨੂੰ ਆਪਾਂ ਨੇ ਦੁਰਗੰਧਤਾ ਕਿਹਾ ਸੀ। ਹੁਣ ਇਸ ਦੁਰਗੰਧਤਾ ਤੋਂ ਬਚਾਉਣ ਦੇ ਲਈ ਹੁਣ ਆਪਾਂ ਨੇ ਕੀ ਕਰਨਾ, ਇਹਨਾਂ ਭੋਜਨ ਪਦਾਰਥਾਂ ਦਾ ਜਿਹੜਾ ਸੰਪਰਕ ਹੈ ਉਹ ਆਕਸੀਜਨ ਨਾਲ ਤੋੜਨਾ ਹੈ। ਤਾਂ ਇਹਨਾਂ ਦੇ ਦੁਆਲੇ ਆਪਾਂ ਕੀ ਹੈ, ਨਾਈਟ੍ਰੋਜਨ ਭਰ ਦਿੰਦੇ ਹੈਗੇ। ਨਾਈਟ੍ਰੋਜਨ ਭਰਨ ਨਾਲ ਕੀ ਹੁੰਦਾ ਹੈ, ਇਹਨਾਂ ਦਾ ਸੰਪਰਕ ਜਿਹੜਾ ਆਕਸੀਜਨ ਨਾਲ ਟੁੱਟ ਜਾਂਦਾ ਹੈਗਾ, ਜਿਹਦੇ ਕਰਕੇ ਇਹਨਾਂ ਦਾ ਆਕਸੀਕਰਨ ਨਹੀਂ ਹੁੰਦਾ ਤੇ ਇਹ ਰੈਂਸਿਡ ਹੋਣ ਤੋਂ ਬਚ ਜਾਂਦੇ ਨੇਗੇ। ਠੀਕ ਹੈ, ਤਾਂ ਤੁਹਾਡੇ ਕੋਲ ਕੀ ਹੈਗਾ, the main purpose of flushing nitrogen into the food packets that contain oil and fat item is to prevent rancidity, which occurs when the oil and fat reacts with oxygen, letting out an unpleasant smell and taste। ठीक है बेटा, कि ਆਪਾਂ ਨੇ ਇੱਕ ਵਾਰ ਤੁਹਾਨੂੰ ਮੈਂ ਫਿਰ ਤੋਂ ਸਮਝਾਦਾ ਵੀ ਜਦੋਂ ਆਪਣਾ ਮੇਨ ਪਰਪਸ ਕੀ ਹੈ, ਕਿਉਂ ਆਪਾਂ ਜਿਹੜਾ ਹੈਗਾ ਉਹਦੇ ਚ ਨਾਈਟ੍ਰੋਜਨ ਪਾਉਂਦੇ ਆ, ਕਿਉਂਕਿ ਜਿਹੜੇ ਹੈਗੇ ਤੇਲ ਅਤੇ ਫੈਟ ਰੱਖਣ ਵਾਲੇ ਭੋਜਨ ਪਦਾਰਥ ਹੈ, ਉਹਨਾਂ ਨੂੰ ਆਪਾਂ ਨੇ ਦੁਰਗੰਧਤਾ ਤੋਂ ਬਚਾਉਣਾ ਹੈ। ਕਿਉਂਕਿ ਜਦੋਂ ਉਹ ਆਕਸੀਜਨ ਦੇ ਸੰਪਰਕ ਚ ਆ ਜਾਣਗੇ ਤਾਂ ਉਹਨਾਂ ਦਾ ਗੰਧ ਤੇ ਸਵਾਦ ਬਦਲ ਜੂ, ਤੇ ਜਿਹਦੇ ਕਰਕੇ ਆਪਾਂ ਨੂੰ ਕੀ ਹੈਗਾ, ਉਹ ਆਪਣੇ ਲਈ ਯੂਜ਼ਲੈਸ ਹੋ ਜਾਂਦੇ ਹੈਗੇ। ਇਸ ਕਰਕੇ ਆਪਾਂ ਨੂੰ ਉਹਦੇ ਵਿੱਚ ਜਿਹੜੀ ਹੈਗੀ ਆਕਸੀਜਨ ਦੀ ਰਿਐਕਸ਼ਨ ਤੋਂ ਬਚਾਉਣ ਦੇ ਲਈ, ਆਕਸੀਜਨ ਤੇ ਫੈਟ ਦੀ ਜਿਹੜੀ ਆਇਲਸ ਦੀ ਰਿਐਕਸ਼ਨ ਹੈ ਇਹ ਤੋਂ ਬਚਾਉਣ ਦੇ ਲਈ ਆਪਾਂ ਇਹਨਾਂ ਨਾਈਟ੍ਰੋਜਨ ਨਾਲ ਭਰ ਦਿੰਦੇ ਹਾਂ, ਕਿਉਂਕਿ ਨਾਈਟ੍ਰੋਜਨ ਇੱਕ ਥੋੜੀ ਅਕਿਰਿਆਸ਼ੀਲ ਗੈਸ ਹੁੰਦੀ ਹੈ। ਠੀਕ ਹੈ ਬੇਟਾ। 10th ਕੁਐਸਚਨ ਕੀ ਹੈ, ਉਸ ਗੈਸ ਦਾ ਨਾਮ ਦੱਸੋ ਜੋ ਜ਼ਿੰਕ ਨੂੰ HCl ਨਾਲ ਕਿਰਿਆ ਦੌਰਾਨ ਨਿਕਲਦੀ ਹੈ। ਜਦੋਂ ਜ਼ਿੰਕ ਜਿਹੜਾ ਹੈਗਾ HCl ਦੇ ਨਾਲ ਕਿਰਿਆ ਕਰਦਾ ਹੈਗਾ, ਉਦੋਂ ਜਿਹੜੀ ਗੈਸ ਨਿਕਲਦੀ ਹੈ ਉਹਦਾ ਨਾਮ ਦੱਸੋ। ਨੇਮ ਦਾ ਗੈਸ evolved when zinc reacts with dilute HCl। ਕਿਹੜੀ ਗੈਸ ਨਿਕਲਦੀ ਹੈ ਬੇਟਾ, ਜਨਰਲੀ ਵੀ ਤੁਹਾਨੂੰ ਪਤਾ ਹੈ ਵੀ ਜਦੋਂ ਮੈਟਲਸ ਦੀ ਐਸਿਡਸ ਦੇ ਨਾਲ ਰਿਐਕਸ਼ਨ ਹੁੰਦੀ ਹੈ ਕਿਹੜੀ ਗੈਸ ਰਿਲੀਜ਼ ਹੁੰਦੀ ਹੈ, ਹਾਈਡਰੋਜਨ ਗੈਸ। ਤਾਂ ਬੇਟਾ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਹੈਗੇ ਇਹ ਵੀ ਤੁਸੀਂ ਤਿਆਰ ਕਰਨੇ ਨੇ, ਇਸ ਕਰਕੇ ਤੁਹਾਨੂੰ ਇਹ ਕੁਐਸਚਨ ਦਿੱਤਾ ਗਿਆ ਹੈਗਾ। ਤਾਂ ਨੈਕਸਟ ਜਿਹੜਾ ਕੁਐਸਚਨ ਹੈ, ਕੁਐਸਚਨ 11, ਪ੍ਰਕਾਸ਼ ਸੰਸਲੇਸ਼ਨ ਨੂੰ ਤਾਪ ਸੋਖੀ ਕਿਰਿਆ ਕਿਉਂ ਕਿਹਾ ਜਾਂਦਾ ਹੈ। ਵਾਈ ਇਜ਼ ਫੋਟੋਸਿੰਥੇਸਿਸ ਕੰਸੀਡਰਡ ਐਜ਼ ਐਂਡੋਥਰਮਿਕ ਰਿਐਕਸ਼ਨ। ਤਾਂ ਤੁਹਾਡੀ ਜਿਹੜੀ ਪ੍ਰਕਾਸ਼ ਸੰਸਲੇਸ਼ਨ ਹੈ ਉਹਨੂੰ ਆਪਾਂ ਐਂਡੋਥਰਮਿਕ ਰਿਐਕਸ਼ਨ ਕਿਉਂ ਕਹਿੰਦੇ ਆਗੇ, ਤੁਹਾਡੀ ਫੋਟੋਸਿੰਥੇਸਿਸ। ਬੇਟਾ ਫੋਟੋਸਿੰਥੇਸਿਸ ਜਾਂ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ ਦੇ ਦੌਰਾਨ ਤੁਹਾਨੂੰ ਪਤਾ ਹੈ ਹੀਟ, ਜਿਹੜੀ ਸੂਰਜ ਤੋਂ ਆਉਣ ਵਾਲਾ ਪ੍ਰਕਾਸ਼ ਹੈ ਉਹਨੂੰ ਸੋਖਿਆ ਜਾਂਦਾ ਹੈਗਾ। ਠੀਕ ਹੈ, ਇਸ ਕਰਕੇ ਜਿਹੜੀ ਫੋਟੋਸਿੰਥੇਸਿਸ ਹੈ ਉਹਨੂੰ ਅਸੀਂ ਕੀ ਕਹਿੰਦੇ ਆਗੇ, ਤਾਪ ਸੋਖੀ ਕਿਰਿਆ ਕਹਿੰਦੇ ਆ। ਤਾਂ ਫੋਟੋਸਿੰਥੇਸਿਸ ਨੂੰ ਅਸੀਂ ਤਾਪ ਸੋਖੀ ਕਿਰਿਆ ਕਿਉਂ ਕਹਿੰਦੇ ਆ, ਬਿਕੋਜ਼ ਹੀਟ or you can say that sunlight is absorbed in this process, that's why it is called as endothermic reaction। ठीक है बेटा। ਹੁਣ ਨੈਕਸਟ ਤੁਹਾਡੇ ਕੋਲ ਕੀ ਹੈਗਾ, 12th ਕੁਐਸਚਨ ਹੈ, ਇੱਕ ਵਿਦਿਆਰਥੀ ਨੇ ਜਿਹੜੀ ਹੈਗੀ ਹੈ ਇੱਕ ਵਿਦਿਆਰਥੀ ਨੇ ਹੇਠ ਲਿਖੇ ਲੂਣਾ ਦੇ ਘੋਲ ਤਿਆਰ ਕੀਤੇ ਨੇ, ਜਿਹਦੇ ਵਿੱਚ ਕਾਪਰ ਸਲਫੇਟ ਹੋ ਗਿਆ, ਸੋਡੀਅਮ ਸਲਫੇਟ ਹੋ ਗਿਆ, ਵੀਰੀਅਮ ਸਲਫੇਟ ਹੋ ਗਿਆ ਤੁਹਾਡੇ ਕੋਲ, ਤੇ ਫੈਰਸ ਸਲਫੇਟ ਹੋ ਗਿਆ। ਹਰ ਘੋਲ ਦਾ ਰੰਗ ਲਿਖਣਾ ਹੈ ਤੁਸੀਂ। A student prepare aqueous solution of following salts: copper sulfate, sodium sulfate, barium sulfate, ferrous sulfate। Write the color of each solution thus formed। ਤਾਂ ਬੇਟਾ ਤੁਸੀਂ ਜਿਹੜੀ ਹੈਗੇ ਆ ਕੁਝ ਕੁ ਸੋਲੂਸ਼ਨ ਬਹੁਤ ਚੰਗੀ ਤਰ੍ਹਾਂ ਯਾਦ ਹੋਣਗੇ ਤੁਹਾਨੂੰ। ਤਾਂ ਪਹਿਲਾਂ ਆਪਾਂ ਦੇਖੀਏ ਤਾਂ ਤੁਹਾਡੇ ਕੋਲ ਕਾਪਰ ਸਲਫੇਟ ਹੈ। ਕਾਪਰ ਸਲਫੇਟ ਜਿਹਦਾ ਕਾਮਨ ਨਾਮ ਕੀ ਹੁੰਦਾ, ਨੀਲਾ ਥੂਥਾ, ਹਨਾ। ਤਾਂ ਇਹਦੇ ਇੱਥੋਂ ਪਤਾ ਚੱਲ ਰਿਹਾ ਵੀ ਨੀਲਾ ਥੂਥਾ ਕਿਹਦਾ ਨਾਮ ਹੁੰਦਾ ਹੈਗਾ, ਫਿਰ ਇਹਦਾ ਕਲਰ ਕਿਹੜਾ ਹੋਊਗਾ, ਨੀਲਾ, ਯਾਨੀ ਕਿ ਬਲੂ ਕਲਰ। ਕਾਪਰ ਸਲਫੇਟ ਦਾ ਕਲਰ ਕੀ ਹੁੰਦਾ, ਬਲੂ ਕਲਰ। ਠੀਕ ਹੈ, ਅਗਲਾ ਤੁਹਾਡੇ ਕੋਲ ਆ ਜਾਂਦਾ ਫੈਰਸ ਸਲਫੇਟ। ਫੈਰਸ ਸਲਫੇਟ ਜਿਹੜਾ ਤੁਹਾਡੇ ਕੋਲ ਅਗਲਾ ਤੁਹਾਡੇ ਕੋਲ ਹੈਗਾ ਸੋਡੀਅਮ ਸਲਫੇਟ। ਸੋਡੀਅਮ ਸਲਫੇਟ ਜਿਹੜਾ ਹੁੰਦਾ ਤੁਹਾਡੇ ਕੋਲ, ਤੁਸੀਂ ਕਲਾਸ ਦੇ ਵਿੱਚ ਦੇਖਿਆ ਵਾਈਟ ਕਲਰ ਦੇ ਸਾਲਟਸ ਨੇਗੇ ਸੋਡੀਅਮ ਦੇ, ਹਨਾ। ਤਾਂ ਇਹ ਤੁਹਾਡੇ ਕੋਲ ਕੀ ਹੋਊਗਾ, ਵਾਈਟ ਸਾਲਟ ਹੈਗਾ। ਠੀਕ ਹੈ, ਥਰਡ ਵਨ ਇਜ਼ ਤੁਹਾਡੇ ਕੋਲ ਬੇਰੀਅਮ ਕਲੋਰਾਈਡ ਹੈ। ਬੇਰੀਅਮ ਕਲੋਰਾਈਡ ਹੈ ਤੁਹਾਡੇ ਕੋਲ। ਬੇਰੀਅਮ ਕਲੋਰਾਈਡ ਵੀ ਤੁਹਾਡੇ ਕੋਲ ਕੀ ਹੋਊਗਾ, ਵਾਈਟ ਕਲਰ ਦਾ ਸਾਲਟ ਹੈਗਾ। ਠੀਕ ਹੈ, ਬੇਰੀਅਮ ਦੀ ਰਿਐਕਸ਼ਨ ਦੇ ਟਾਈਮ ਆਪਾਂ ਦੇਖਿਆ ਸੀਗਾ ਇਹ। ਠੀਕ ਹੈ ਬੇਟਾ। ਨੈਕਸਟ ਤੁਹਾਡੇ ਕੋਲ ਹੈਗਾ ਫੈਰਸ ਸਲਫੇਟ। ਫੈਰਸ ਦੇ ਸਾਲਟਸ ਜਦੋਂ ਤੁਸੀਂ ਡਿਸਪਲੇਸਮੈਂਟ ਰਿਐਕਸ਼ਨ ਵਿਸਥਾਪਨ ਕਿਰਿਆ ਕੀਤੀ ਸੀ, ਉਦੋਂ ਆਪਾਂ ਦੇਖਿਆ ਸੀ ਨਾ ਵੀ ਕਾਪਰ ਸਲਫੇਟ ਦਾ ਰੰਗ ਜਿਹੜਾ ਹੈਗਾ ਨੀਲੇ ਤੋਂ ਕਿਹੜਾ ਹੋ ਜਾਂਦਾ ਸੀਗਾ, ਲਾਈਟ ਪੇਲ ਗ੍ਰੀਨ ਜਾਂ ਜਿਹੜਾ ਕਲਰ ਹੈਗਾ ਉਹ ਹੋ ਜਾਂਦਾ ਹੈਗਾ। ਠੀਕ ਹੈ, ਤਾਂ ਹੋਪ ਕਿ ਤੁਹਾਨੂੰ ਚਾਰੇ ਜਿਹੜੇ ਸਾਲਟਸ ਆ ਉਹਨਾਂ ਦੇ ਕਲਰ ਪਤਾ ਚੱਲ ਗਏ ਹੋਣਗੇ। ਕਾਪਰ ਸਲਫੇਟ ਦਾ ਤੁਹਾਨੂੰ ਪਤਾ ਹੈ ਨੀਲਾ ਹੁੰਦਾ ਹੈਗਾ। ਸੋਡੀਅਮ ਸਲਫੇਟ ਦਾ ਤੁਹਾਡੇ ਕੋਲ ਕਿਹੜਾ ਹੁੰਦਾ ਹੈਗਾ, ਵਾਈਟ। ਬੇਰੀਅਮ ਕਲੋਰਾਈਡ ਦਾ ਵੀ ਵਾਈਟ ਹੁੰਦਾ ਹੈ, ਤੇ ਫੈਰਸ ਸਲਫੇਟ ਦਾ ਤੁਹਾਡੇ ਕੋਲ ਪੇਲ ਗ੍ਰੀਨ ਜਾਂ ਹੁੰਦਾ ਹੈਗਾ। ਠੀਕ ਹੈ ਬੇਟਾ। ਬੇਟਾ ਇਹ ਕੁਐਸਚਨ ਸਿਰਫ ਤੁਹਾਨੂੰ ਇੱਕ ਹਿੰਟ ਜਾਂ ਫਿਰ ਸੈਂਪਲ ਕੁਐਸਚਨ ਟਾਈਪ ਸੀਗੇ। ਠੀਕ ਹੈ, ਤੇ ਪਰ ਇਹਦੇ ਨਾਲ ਨਾਲ ਤੁਹਾਡੀ ਜਿਹੜੀ ਅਭਿਆਸ ਦੇ ਵਿੱਚ ਸਾਰੇ ਕੁਐਸਚਨ ਦਿੱਤੇ ਆ ਉਹ ਵੀ ਤੁਸੀਂ ਤਿਆਰ ਕਰਨੇ ਨੇ। ਪਲੱਸ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਜਿਹੜੀ ਆਪਾਂ ਇਹਦੇ ਵਿੱਚ ਨਹੀਂ ਡਿਸਕਸ ਕੀਤੀ ਉਹ ਹੈਗਾ ਵੀ ਤੁਹਾਡੀਆਂ ਜਿਹੜੀਆਂ ਰਸਾਇਣਿਕ ਕਿਰਿਆਵਾਂ ਨੇ, ਕੈਮੀਕਲ ਇਕੁਏਸ਼ਨਸ ਨੇ, ਉਹਨਾਂ ਦੀ ਬੈਲੈਂਸਿੰਗ ਦੀ ਪ੍ਰੈਕਟਿਸ ਜ਼ਰੂਰ ਕਰਨੀ ਹੈ। ਪਲੱਸ ਜਿਹੜਾ ਤੁਹਾਡੇ ਕੋਲ ਕਿਵੇਂ ਤੁਸੀਂ ਇੱਕ ਕੈਮੀਕਲ ਰਿਐਕਸ਼ਨ ਲਿਖਣੀ ਹੈਗੀ,
ਠੀਕ ਹੈ। ਪਹਿਲਾਂ ਕਈ ਵਾਰ ਤੁਹਾਡੇ ਕੋਲ ਕੀ ਹੈਗਾ, ਜਿਵੇਂ ਤੁਹਾਨੂੰ ਕੋਈ ਰਿਐਕਸ਼ਨ ਦਿੱਤੀ ਹੈਗੀ, ਉਹਦੇ ਵਿੱਚ ਸਿੱਧਾ ਆਪਾਂ ਇਹ ਦੇ ਦਿੰਦੇ ਹਾਂ ਨਾ, ਜਿਵੇਂ ਤੁਹਾਡੀ ਕਿਤਾਬ ਦੇ ਵਿੱਚ ਵੀ ਦਿੱਤਾ ਹੋਇਆ ਹਾਈਡਰੋਜਨ ਗੈਸ ਨਾਈਟ੍ਰੋਜਨ ਨਾਲ ਜੁੜ ਕੇ ਅਮੋਨੀਅਮ ਬਣਾਉਂਦੀ ਹੈ। ਠੀਕ ਹੈ। ਤੇ ਹੁਣ ਜੇ ਤੁਸੀਂ ਹਾਈਡਰੋਜਨ ਜਾਂ ਤੁਹਾਨੂੰ ਨਾਈਟ੍ਰੋਜਨ ਗੈਸ ਦੇ ਸਿੰਬਲਸ ਹੀ ਨਹੀਂ ਪਤਾ ਹੋਣਗੇ, ਰਿਐਕਸ਼ਨ ਹੀ ਨਹੀਂ ਲਿਖਣੀ ਆਊਗੀ, ਤਾਂ ਬੈਲੈਂਸ ਕਿਵੇਂ ਕਰੋਗੇ? ਤਾਂ ਪਹਿਲਾਂ ਇਹ ਸਾਰੀਆਂ ਰਿਐਕਸ਼ਨਸ ਲਿਖਣੀਆਂ ਸਿੱਖਣੀਆਂ ਨੇ ਕਿਆ, ਫਿਰ ਤੁਸੀਂ ਇਹਨੂੰ ਬੈਲੈਂਸ ਕਰਨਾ ਸਿੱਖਣਾ ਹੈਗਾ, ਤਾਂ ਹੀ ਤੁਸੀਂ ਜਿਹੜੇ ਹੈਗੇ ਆ ਕੁਐਸਚਨ ਟੈਸਟ ਦੀ ਤਿਆਰੀ ਕਰ ਸਕੋਗੇ। ਹੋਪ ਕਿ ਤੁਸੀਂ ਜਿਹੜਾ ਹੈਗਾ ਇਹ ਕੁਐਸਚਨ ਸਮਝੋਗੇ ਧਿਆਨ ਦੇ ਨਾਲ। ਤੇ ਜਿਹੜਾ ਤੁਹਾਡੇ ਕੋਲ ਹੁਣ ਆਪਾਂ ਟੈਸਟ ਦੀ ਆਪਾਂ ਗੱਲ ਕਰ ਰਹੇ ਹਾਂ, ਉਮੀਦ ਹੈ ਤੁਹਾਨੂੰ ਇਹ ਸਾਰਾ ਕੁਝ ਸਮਝ ਆਇਆ ਹੈਗਾ। ਸਿਰਫ ਇਹ ਕੁਐਸਚਨ ਨਹੀਂ, ਬਾਕੀ ਵੀ ਸਾਰੇ ਤੁਸੀਂ ਜਿਹੜੇ ਤਿਆਰ ਕਰਕੇ, ਤਾਂ ਸੰਡੇ ਤੁਹਾਨੂੰ ਜਿਹੜਾ ਹੈਗਾ ਫਸਟ ਟੈਸਟ ਆ ਜਾਊਗਾ ਤੁਹਾਡੇ ਕੋਲ ਫਸਟ ਚੈਪਟਰ ਦਾ, ਤਾਂ ਤੁਸੀਂ ਸਾਰਿਆਂ ਨੇ ਉਹ ਸੋਲਵ ਕਰਕੇ ਆਪਣਾ ਜਿਹੜੀ ਤੁਹਾਡੀ ਹੋਲੀਡੇ ਹੋਮਵਰਕ ਵਾਲੀ ਕਾਪੀ ਲਗਾਈ ਹੈ ਉਹਦੇ ਵਿੱਚ ਸੋਲਵ ਕਰਕੇ ਆਣਾ ਹੈਗਾ। ਜਿਹੜੇ ਕੁਐਸਚਨ ਤੁਹਾਨੂੰ ਆਉਂਦੇ ਹੋਣਗੇ ਪਹਿਲੀ ਵਾਰ 'ਚ ਉਹ ਵੈਲ ਐਂਡ ਗੁੱਡ, ਤੇ ਜਿਹੜੇ ਨਹੀਂ ਆਉਂਦੇ ਹੋਣਗੇ ਉਹਨੂੰ ਤੁਸੀਂ ਘੱਟੋ ਘੱਟ ਦੋ ਜਾਂ 3 ਵਾਰ ਲਿਖਣੇ ਨੇ। ਠੀਕ ਹੈ, ਉਹਨਾਂ ਨੂੰ ਲਰਨ ਕਰਨ ਤੋਂ ਬਾਅਦ, ਸਮਝਣ ਤੋਂ ਬਾਅਦ 2-3 ਵਾਰ ਲਿਖ ਰਹੇ ਨੇ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।